ਕੁੰਡਲਿਨੀ ਬ੍ਰਾਹਮੀ ਸ਼ਕਤੀ ਹੈ। ਗੰਗਾ ਸਵਰਗ ਤੋਂ ਉਤਰੀ ਅਤੇ ਧਰਤੀ ਤੇ ਆਈ ਅਤੇ ਇਸ ਲੋਕ ਨੂੰ ਧਨ ਬਣਾਇਆ। ਇਸੇ ਤਰ੍ਹਾਂ ਇਹ ਬ੍ਰਾਹਮੀ ਸ਼ਕਤੀ ਯੋਗ ਸਾਧਕਾਂ ਦੀ ਆਤਮ ਸੱਤਾ ਤੇ ਉਤਰਦੀ ਹੈ ਅਤੇ ਉਹਨਾਂ ਨੂੰ ਹਰ ਪੱਖ ਤੋਂ ਸੰਪੰਨ ਕਰਦੀ ਹੈ। ਪੰਡਿਤ ਸ਼੍ਰੀ ਰਾਮ ਸ਼ਰਮਾਚਾਰਿਆ। ਪੁਸਤਕ ਦਾ ਨਾਮ ਕੁੰਡਲਿਨੀ ਮਹਾਸ਼ਕਤੀ ਅਤੇ ਉਸਦੀ ਸੰਸਿੱਧੀ। ਪੁਸਤਕ ਦੀ ਜਾਣਕਾਰੀ। ਕੁੰਡਲਿਨੀ ਤੋਂ ਬਹੁਤ ਸਾਰੀਆਂ ਸ਼ਕਤੀਆਂ, ਸਿੱਧੀਆਂ ਅਤੇ क्षमताਵਾਂ ਜਾਗਦੀਆਂ ਹਨ। ਇਹ ਸੱਚ ਹੈ ਕਿਉਂਕਿ ਇਸ ਸਾਧਨਾ ਰਾਹੀਂ ਸਾਧਕ ਦੀ ਅੰਦਰਲੀ ਬੀਜ ਰੂਪ ਸ਼ਕਤੀ ਜਾਗਰਿਤ ਹੋ ਜਾਂਦੀ ਹੈ ਅਤੇ ਉੱਪਰ ਵੱਲ ਵੱਧਦੀ ਹੈ। ਇਹ ਸਾਧਨਾ ਆਤਮ ਸੱਤਾ ਨੂੰ ਪਰਮਾਤਮ ਸੱਤਾ ਨਾਲ ਜੋੜਨ, ਉਸ ਪੱਧਰ ਤੱਕ ਪਹੁੰਚਣ ਦੇ ਸਮਰਥ ਹਨ। ਕੁੰਡਲਿਨੀ ਨੂੰ ਜਗਾਉਣਾ ਜੀਵ ਦਾ ਅੰਤਮ ਟੀਚਾ ਨਹੀਂ ਹੈ। ਜੀਵ ਦਾ ਅੰਤਮ ਟੀਚਾ ਮੋਕਸ਼ ਜਾਂ ਬ੍ਰਹਮ ਨਿਰਵਾਣ ਦੀ ਪ੍ਰਾਪਤੀ ਹੈ। ਆਪਣੇ ਆਪ ਨੂੰ ਬ੍ਰਹਮ ਦੀ ਸ਼ਰਨ ਵਿੱਚ ਪਹੁੰਚਾ ਦੇਣਾ ਹੀ ਮਨੁੱਖਾ ਸਰੀਰ ਧਾਰਨ ਕਰਨ ਦਾ ਉਦੇਸ਼ ਹੈ। ਕਈ ਸਾਧਨ ਅਤੇ ਯੋਗ ਉਸਦੇ ਲਈ ਬਣੇ ਹਨ। ਕੁੰਡਲਿਨੀ ਦਾ ਵੀ ਉਹੀ ਉਦੇਸ਼ ਹੈ। ਅਜਿਹੇ ਬ੍ਰਾਹਮੀ ਸਥਿਤੀ ਦਾ ਸਾਧਕ ਕੇਵਲ ਲੋਕਾਂ ਦੇ ਹਿੱਤਾਂ ਦੀ ਸੇਵਾ ਕਰਦਾ ਹੈ। ਉਸੇ ਜੋ ਅਧਿਕਾਰ ਅਤੇ ਸ਼ਕਤੀ ਮਿਲੀ ਹੁੰਦੀ ਹੈ ਉਹ ਇੰਨੀ ਵੱਡੀ ਜ਼ਿੰਮੇਵਾਰੀ ਨੂੰ ਸੰਭਾਲਣ ਦੀ ਦ੍ਰਿਸ਼ਟੀ ਤੋਂ ਹੀ ਹੁੰਦੀ ਹੈ। ਭਾਵੇਂ ਉਹ ਸਰੀਰਕ ਤੌਰ ਤੇ ਦਿੰਦਾ ਹੈ ਪਰ ਉਸਨੂੰ ਸਰੀਰ ਦੀ ਹੋਂਦ ਦਾ ਬਿਲਕੁਲ ਵੀ ਗਿਆਨ ਨਹੀਂ ਹੁੰਦਾ ਹੈ। ਉਹ ਸਭ ਕੁਝ ਜਾਣਦਾ, ਦੇਖਦਾ, ਸੁਣਦਾ ਅਤੇ ਅੱਗੇ ਕੀ ਹੋਣ ਵਾਲਾ ਹੈ ਉਹ ਇਹ ਸਭ ਪਛਾਣਦਾ ਹੈ। ਤੁਹਾਡੇ ਸਾਹਮਣੇ ਪੇਸ਼ ਹੈ ਇੱਕ ਛੋਟੀ ਜਿਹੀ ਪੁਸਤਕ ਜਿਸ ਵਿੱਚ ਕੁੰਡਲਿਨੀ ਮਹਾਸ਼ਕਤੀ ਦੀ ਜਾਣਕਾਰੀ, ਮਹੱਤਤਾ ਅਤੇ ਸਾਧਨਾ ਪੱਧਤੀ ਦੀ ਵੱਡਮੁੱਲੀ ਚਰਚਾ ਕੀਤੀ ਗਈ ਹੈ। ਪੁਸਤਕ ਦੇ ਕੁਝ ਅੰਸ਼। ਬ੍ਰਹਮੰਡੀ ਪ੍ਰਤਿਰੂਪ ਮਨੁੱਖੀ ਸਰੀਰ। ਇਹ ਸੰਬੰਧ ਸੂਤਰ ਜੇਕਰ ਸੁਸਤ ਨਾ ਰਹਿ ਕੇ ਜਾਗਰਿਤ ਹੋ ਜਾਵੇ, ਕਮਜ਼ੋਰ ਨਾ ਰਹਿ ਕੇ ਪਰਿਪੱਕ ਹੋ ਜਾਵੇ ਤਾਂ ਉਹ ਵਿਸ਼ਵ ਵਿਆਪੀ ਸ਼ਕਤੀ ਭੰਡਾਰ ਤੋਂ ਆਪਣੇ ਲਈ ਬਹੁਤਾਤ ਵਿੱਚ ਉਪਲਬਧ ਲੋੜੀਂਦੀਆਂ ਚੀਜ਼ਾਂ ਖਿੱਚ ਸਕਦਾ ਹੈ। ਇੰਨਾ ਹੀ ਨਹੀਂ, ਆਪਣੀ ਕਮਜ਼ੋਰ ਹਸਤੀ ਨੂੰ ਸ਼ਕਤੀ ਦੇ ਕੇ ਉਹ ਵਿਸ਼ਾਲ ਵਿਸ਼ਵ ਦੀ ਜੜ ਚੇਤਨਾ ਸੰਸਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਗਿਆਨ ਅਤੇ ਅਨੁਭਵ ਦੇ ਬੀਜ ਇਸ ਵਿੱਚ ਪਾਏ ਜਾਂਦੇ ਹਨ। ਇਸ ਲਈ ਕੁੰਡਲਿਨੀ ਸ਼ਕਤੀ ਜਾਗਰਿਤ ਕਰ ਲੈਣ ਵਾਲਾ ਇੰਦਰੀਆਂ ਨੂੰ ਉਸੇ ਤਰ੍ਹਾਂ ਕਾਬੂ ਕਰ ਲੈਂਦਾ ਹੈ ਜਿਵੇਂ ਲਗਾਮ ਵਾਲੇ ਘੋੜੇ ਨੂੰ ਕਾਬੂ ਕੀਤਾ ਜਾਂਦਾ ਹੈ। ਜਿਸ ਨੇ ਇੰਦਰੀਆਂ ਨੂੰ ਜਿੱਤ ਲਿਆ ਹੈ ਉਹ ਸੰਸਾਰ ਵਿੱਚ ਕਿਸੇ ਤੋਂ ਵੀ ਨਹੀਂ ਡਰਦਾ ਹੈ। ਜੋ ਨਿਡਰ ਹੋ ਗਿਆ ਉਹ ਵਿਸ਼ਵ ਵਿਜੇਤਾ ਹੋ ਗਿਆ। ਜਿਸ ਮਸਤਿਸ਼ਕ ਵਿੱਚ ਧੂੜ ਵਾਂਗ ਚਿੱਟਾ, ਸਾਫ਼, ਉਜਵਲ ਪ੍ਰਵਿਰਤੀਆਂ, ਮਨੋਵਿਰਤੀਆਂ ਭਰੀਆਂ ਹੋਈਆਂ, ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸ ਦਾ ਅੰਦਰਲਾ ਕਸ਼ੀਰ ਸਾਗਰ ਹੈ ਅਤੇ ਉਸ ਨੂੰ ਭਗਵਾਨ ਦਾ ਲੋਕ ਹੀ ਮੰਨਿਆ ਜਾਵੇਗਾ। ਕੁੰਡਲਿਨੀ ਦੀ ਸੁਪਤ ਅਵਸਥਾ ਨੂੰ ਜਾਗਰਿਤ ਵਿੱਚ ਬਦਲਣ ਦੇ ਲਈ ਗਾਇਤਰੀ ਸਾਧਨਾ ਦਾ ਤਰੀਕਾ ਅਪਣਾਉਣਾ ਪਵੇਗਾ। ਜੋ ਇਸ ਜਾਗ੍ਰਿਤੀ ਦੇ ਯਤਨਾਂ ਵਿੱਚ ਸ਼ਾਮਲ ਹੋਣ ਦੀ ਹਿੰਮਤ ਕਰਦੇ ਹਨ ਉਹ ਭੌਤਿਕ ਅਤੇ ਆਤਮਿਕ ਖੇਤਰਾਂ ਵਿੱਚ ਸੁਧਾਰੀ ਸਥਿਤੀ ਨੂੰ ਪ੍ਰਾਪਤ ਕਰਦੇ ਹਨ। ਚੱਕਰਵੇਦਨ ਵਰਗੇ ਯੋਗ ਸਾਧਨਾਵਾਂ ਦੀ ਸ਼ਰਨ ਲੈ ਕੇ ਅਸੀਂ ਆਸਾਨੀ ਨਾਲ ਆਪਣੀਆਂ ਆਤਮਿਕ ਅਤੇ ਭੌਤਿਕ ਸ਼ਕਤੀਆਂ ਨੂੰ ਜਗਾ ਸਕਦੇ ਹਾਂ ਅਤੇ ਅਸੀਂ ਉਸ ਦਿਸ਼ਾ ਤੋਂ ਮਿਲਣ ਵਾਲੀ ਸਫਲਤਾ ਦਾ ਇੰਨਾ ਲਾਭ ਲੈ ਸਕਦੇ ਹਾਂ ਜੋ ਆਮ ਕੋਸ਼ਿਸ਼ ਨਾਲ ਸੰਭਵ ਨਹੀਂ ਹੋ ਸਕਦਾ। ਚੇਤਨ ਅਤੇ ਅਚੇਤਨ ਮਸਤਿਸ਼ਕਾਂ ਦੇ ਅਣਗਿਣਤ ਹਿੱਸਿਆਂ ਨੂੰ ਜੋ ਇੰਦਰੀਆਂ ਅਤੇ ਅਤਿੰਦਰੀਆਂ ਗਿਆਨ ਪ੍ਰਾਪਤ ਹੁੰਦਾ ਹੈ, ਇਸ ਦਾ ਆਧਾਰ ਇਹ ਧਰੁਵ ਵਿਸ਼ਨੂੰ ਚੱਕਰ ਜਾਂ ਸਹਸਰਾਰ ਕਮਲ ਹੈ। ਧਿਆਨ ਤੋਂ ਸਮਾਧੀ ਤੱਕ ਅਤੇ ਆਤਮ ਚਿੰਤਨ ਤੋਂ ਲੈ ਕੇ ਭਗਤੀ ਤੱਕ ਸਾਰੀਆਂ ਅਧਿਆਤਮਿਕ ਸਾਧਨਾਵਾਂ ਅਤੇ ਮਨੋਬਲ, ਆਤਮ ਬਲ ਅਤੇ ਸੰਕਲਪ ਸਹਿਤ ਸਿੱਧੀਆਂ ਦਾ ਕੇਂਦਰ ਬਿੰਦੂ ਇਸੇ ਸਥਾਨ ਨੂੰ ਮੰਨਿਆ ਗਿਆ ਹੈ। ਪੁਸਤਕ ਦੇ ਕੁਝ ਬਿੰਦੂ। ਕੁੰਡਲਿਨੀ ਮਹਾਸ਼ਕਤੀ ਦਾ ਸਰੂਪ ਅਤੇ ਆਧਾਰ। ਕੁੰਡਲਿਨੀ ਮਹਾਸ਼ਕਤੀ ਦੀ ਮਿਥਿਹਾਸਕ ਵਿਆਖਿਆ। ਚੱਕਰ ਸੰਸਥਾਨ ਅਤੇ ਉਸਦੀ ਸਿੱਧੀ ਸਮਰਥ। ਦਿਵ ਸ਼ਕਤੀਆਂ ਦਾ ਕੇਂਦਰ, ਸਹਸਰਾਰ ਅਤੇ ਬ੍ਰਹਮ ਵਰਚਸ। ਮਨੁੱਖੀ ਸ਼ਕਤੀ ਦਾ ਦੱਖਣੀ ਧਰੁਵ ਮੂਲਾਧਾਰ। ਕੁੰਡਲਿਨੀ ਸਾਧਨਾ ਸਰੂਪ ਅਤੇ ਉਦੇਸ਼। ਗਾਇਤਰੀ ਸਾਧਨਾ ਅਤੇ ਕੁੰਡਲਿਨੀ ਜਾਗਰਣ।